ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟੀਆਰ ਨੂੰ ਮਿਲੀ ਰਾਹਤ, ਕੀਤੀ ਕੈਨੇਡਾ ਨੇ ਖਤਮ ਬਾਇਓਮੈਟ੍ਰਿਕਸ ਦੀ ਛੋਟ ਖਤਮ ਕਰਨ ਦਾ ਕੀਤਾ ਐਲਾਨ। ਐਕਸਪ੍ਰੈਸ ਐਂਟਰੀ ਦੇ ਡਰਾ ਦਾ ਐਲਾਨ, 600 ਤੋਂ ਵੱਧ ਸੱਦੇ ਜਾਰੀ। ਅੰਤਰਰਾਸ਼ਟਰੀ ਰੋਮਿੰਗ ਫੀਸ ਵਿੱਚ ਵਾਧਾ, ਟੈਲੀਕਾਮ ਕੰਪਨੀਆਂ ਨੇ ਕੀਤਾ ਇਸ ਦਾ ਐਲਾਨ। ਗੂਗਲ ਦਾ CEO ਕੀਤਾ ਤਲਬ, ਕੈਨੇਡਾ ਦੇ ਮੈਂਬਰ ਪਾਰਲੀਮੈਂਟ ਚੁੱਕ ਰਹੇ ਨੇ ਕਦਮ। ਟੈਂਪਰੇਰੀ ਰੈਜ਼ੀਡੈਂਟਸ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਰਾਹਤ ਦਿੱਤੀ ਗਈ ਸੀ ਉਸ ਨੂੰ ਹੁਣ ਖਤਮ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਕੈਨੇਡਾ ਵਿੱਚ ਜਿਹੜੇ ਟੀਆਰ ਨੇ ਉਹਨਾਂ ਨੂੰ ਵੀ ਬਾਇਓਮੈਟ੍ਰਿਕਸ ਦੇਣੇ ਪੈਣਗੇ। ਪਹਿਲਾਂ ਕਰੋਨਾ ਵਾਇਰਸ ਦੌਰਾਨ ਇਸ ਸੰਬੰਧੀ ਰਾਹਤ ਦਿੱਤੀ ਗਈ ਸੀ ਤੇ IRCC ਦਾ ਕਹਿਣਾ ਹੈ ਕਿ ਇਸ ਰਾਹਤ ਨੂੰ ਹੁਣ ਵਾਪਸ ਲਿਆ ਜਾ ਰਿਹਾ ਹੈ। ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਸਰਕਾਰ ਵੱਲੋਂ ਜੋ ਰਾਹਤ ਦਿੱਤੀ ਗਈ ਉਸ ਨੂੰ ਹੁਣ ਖਤਮ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਇਸ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੋਵਿਡ ਦੌਰਾਨ ਕੈਨੇਡਾ ਵਿੱਚ ਰਹਿਣ ਵਾਲੇ ਟੈਂਪਰੇਰੀ ਰੈਜ਼ੀਡੈਂਟਸ ਨੂੰ ਜੋ ਬਾਇਓਮੈਟ੍ਰਿਕਸ ਦੀ ਛੂਟ ਦਿੱਤੀ ਗਈ ਸੀ ਉਸ ਨੂੰ ਹੁਣ ਖਤਮ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦੇ ਐਲਾਨ ਤੋਂ ਬਾਅਦ ਹੁਣ ਇਨ੍ਹਾਂ ਬਿਨੇਕਾਰਾਂ ਨੂੰ ਆਪਣੀ ਅਰਜ਼ੀ ਵਾਸਤੇ ਬਾਇਓਮੈਟ੍ਰਿਕਸ ਕਰਵਾਉਣੇ ਪੈਣਗੇ। ਮੰਤਰਾਲੇ ਵੱਲੋਂ 23 ਫਰਵਰੀ ਤੋਂ ਅਰਜ਼ੀ ਦੇਣ ਵਾਲੇ ਬਿਨੇਕਾਰਾਂ ਨੂੰ ਬਾਇਓਮੈਟ੍ਰਿਕਸ ਕਰਵਾਉਣ ਨੂੰ ਕਿਹਾ ਗਿਆ ਹੈ। ਦੱਸੀਏ ਕਿ ਟੈਂਪਰੇਰੀ ਰੈਜ਼ੀਡੈਂਸੀ ਕੈਟੇਗਰੀ ਵਿੱਚ ਸਟੱਡੀ ਵੀਜ਼ਾ, ਵਰਕ ਪਰਮਿਟ ਦੀ ਅਰਜ਼ੀ ਜਾਂ ਫਿਰ ਐਕਸਟੈਂਸ਼ਨ ਦੀ ਅਰਜ਼ੀ ਸ਼ਾਮਿਲ ਹੈ। 15 ਜੁਲਾਈ 2020 ਨੂੰ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕੈਨੇਡਾ ਦੇ ਅੰਦਰ ਟੈਂਪਰੇਰੀ ਰੈਜ਼ੀਡੈਂਸ ਵਾਸਤੇ ਅਰਜ਼ੀ ਦੇਣ ਵਾਲੇ ਵਿਅਕਤੀਆਂ ਨੂੰ ਬਾਇਓਮੈਟ੍ਰਿਕਸ ਦੇਣ ਤੋਂ ਅਸਥਾਈ ਤੌਰ ਤੇ ਛੋਟ ਦੇਣ ਦਾ ਐਲਾਨ ਕੀਤਾ। ਇਹ ਨੀਤੀ ਕੋਵਿਡ-19 ਪੈਂਡੇਮਿਕ ਦੌਰਾਨ ਲਿਆਂਦੀ ਗਈ। ਦੱਸੀਏ ਕਿ ਕੈਨੇਡਾ ਵੱਲੋਂ ਜੁਲਾਈ ਸਾਲ 2018 ਵਿੱਚ ਦੇਸ਼ ਅੰਦਰ ਦਾਖਲ ਹੋਣ ਵਾਸਤੇ ਬਾਇਓਮੈਟ੍ਰਿਕਸ ਦੀ ਸ਼ਰਤ ਲਾਜ਼ਮੀ ਕੀਤੀ। ਜਾਣਕਾਰੀ ਮੁਤਾਬਕ ਬਾਇਓਮੈਟ੍ਰਿਕਸ ਵਿੱਚ ਅੱਖਾਂ ਤੇ ਉਂਗਲੀਆਂ ਨੂੰ ਸਕੈਨ ਕੀਤਾ ਜਾਂਦਾ ਹੈ, ਜਿਸ ਦੀ ਮਦਦ ਵਿੱਚ ਬਿਨੇਕਾਰਾਂ ਦੇ ਦੋਸ਼ਾਂ, ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਆਦਿ ਬਾਰੇ ਪਤਾ ਲੱਗ ਜਾਂਦਾ ਹੈ। ਬਿਨੇਕਾਰ ਪੂਰੇ ਕੈਨੇਡਾ ਵਿੱਚ 70 ਤੋਂ ਵੱਧ ਸਰਵਿਸ ਕੈਨੇਡਾ ਸੈਂਟਰ ਕਲੈਕਸ਼ਨ ਸਾਈਟਾਂ ਤੋਂ ਕਿਸੇ ਵੀ ਥਾਂ ਤੇ ਆਪਣੇ ਬਾਇਓਮੈਟ੍ਰਿਕਸ ਦੇ ਸਕਦੇ ਨੇ। ਬਿਨੇਕਾਰਾਂ ਨੂੰ ਬਾਇਓਮੈਟ੍ਰਿਕਸ ਕਲੈਕਸ਼ਨ ਸਾਈਟ ਤੇ ਜਾਣ ਤੋਂ ਪਹਿਲਾਂ ਅਪਾਇੰਟਮੈਂਟ ਬੁੱਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬਾਇਓਮੈਟ੍ਰਿਕਸ ਦੀ ਫੀਸ $85 ਹੈ ਤੇ ਬਾਇਓਮੈਟ੍ਰਿਕਸ 10 ਸਾਲ ਵਾਸਤੇ ਵੈਲਿਡ ਹੁੰਦੀ ਹੈ। ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਟੀਆਰ ਨੂੰ ਜੋ ਰਾਹਤ ਦਿੱਤੀ ਗਈ ਸੀ ਉਸ ਨੂੰ ਵਾਪਸ ਲਿਆ ਗਿਆ ਹੈ, ਜਿਸ ਦੀ ਡਿਟੇਲ ਉਹਨਾਂ ਵੱਲੋਂ ਸਾਂਝੀ ਕੀਤੀ ਗਈ। ਐਕਸਪ੍ਰੈਸ ਐਂਟਰੀ ਡਰਾ ਦਾ ਐਲਾਨ ਹੋਇਆ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਇਸ ਬਾਰ ਦੀ ਡਰਾ ਦੇ ਵਿੱਚ ਘੱਟ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। 600 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ ਨੇ। ਉਹਨਾਂ ਨੂੰ ਕਿੰਨੇ ਸਕੋਰਸ ਦੀ ਜ਼ਰੂਰਤ ਸੀ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। IRCC ਵੱਲੋਂ ਡਰਾ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਨੇ। ਤਾਜ਼ਾ ਡਰਾ ਵਿੱਚ 667 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਡਰਾ ਵਿੱਚ ਇਨਵੀਟੇਸ਼ਨ ਲੈਣ ਵਾਸਤੇ 748 ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ ਸਕੋਰਸ ਦੀ ਜ਼ਰੂਰਤ ਰਹੀ। ਦੱਸੀਏ ਕਿ ਸਾਲ 2023 ਦਾ ਇਹ ਪ੍ਰੋਗਰਾਮ ਸਪੈਸੀਫਿਕ ਚੌਥਾ ਡਰਾ ਹੈ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ IRCC ਵੱਲੋਂ 18 ਮਹੀਨਿਆਂ ਵਾਸਤੇ ਐਕਸਪ੍ਰੈਸ ਐਂਟਰੀ ਦੇ ਸਾਰੇ ਡਰਾ ਰੋਕ ਦਿੱਤੇ। ਅਜੇ ਹਾਂ ਉਹਨਾਂ ਵੱਲੋਂ ਜਨਵਰੀ 2021 ਤੋਂ ਜੁਲਾਈ 2022 ਦੌਰਾਨ ਕੀਤਾ ਗਿਆ। IRCC ਵੱਲੋਂ ਇਸ ਦੇ ਪਿੱਛੇ ਕਰੋਨਾ ਵਾਇਰਸ ਨੂੰ ਕਾਰਨ ਦੱਸਿਆ ਗਿਆ ਤੇ ਫਿਰ ਜਲਦ ਹੀ ਇਹ ਦੁਬਾਰਾ ਡਰਾ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਗਏ। ਜਨਵਰੀ 11 ਨੂੰ ਜੋ ਡਰਾ ਕੱਢਿਆ ਗਿਆ ਉਸ ਵਿੱਚ 5000 ਉਮੀਦਵਾਰਾਂ ਨੂੰ ਅਤੇ 18 ਜਨਵਰੀ ਦੇ ਡਰਾ ਦੇ ਵਿੱਚ ਵੀ 5000 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਵਿਭਾਗ ਵੱਲੋਂ 8 ਫਰਵਰੀ ਨੂੰ ਇੱਕ ਵੱਡਾ ਐਲਾਨ ਕਰਦਿਆਂ ਦੱਸਿਆ ਗਿਆ ਕਿ ਜਿਹੜੇ ਵੀ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਦੇ ਉਮੀਦਵਾਰ ਨੇ ਉਹ ਆਪਣੀਆਂ ਅਰਜ਼ੀਆਂ ਆਨਲਾਈਨ ਚੈੱਕ ਕਰ ਸਕਦੇ ਨੇ। ਵਿਭਾਗ ਵੱਲੋਂ 31 ਜਨਵਰੀ ਤੱਕ ਇੱਕ ਅੰਕੜਾ ਜਾਰੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਨੂੰ 37,800 ਤੋਂ ਵੱਧ ਐਕਸਪ੍ਰੈਸ ਐਂਟਰੀ ਅਧੀਨ ਐਪਲੀਕੈਂਟਸ ਮਿਲੇ ਨੇ ਤੇ ਕਈ ਉਮੀਦਵਾਰਾਂ ਵੱਲੋਂ ਆਪਣੀਆਂ ਅਰਜ਼ੀਆਂ ਦੇ ਉੱਪਰ ਪ੍ਰੋਸੈਸਿੰਗ ਹੋਣ ਲਈ ਇੰਤਜ਼ਾਰ ਕੀਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਰੋਮਿੰਗ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਕੈਨੇਡਾ ਦੀਆਂ 2 ਵੱਡੀਆਂ ਟੈਲੀਕਾਮ ਕੰਪਨੀਆਂ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਦੱਸਿਆ ਗਿਆ ਹੈ ਕਿ ਜੇਕਰ ਅਮਰੀਕਾ ਦੇ ਵਿੱਚ ਤੁਸੀਂ ਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਹੁਣ ਕਿੰਨੇ ਡਾਲਰ ਦੇਣੇ ਪੈਣਗੇ ਤੇ ਬਾਕੀ ਦੇਸ਼ਾਂ ਵਾਸਤੇ ਕਿੰਨੀ ਰਕਮ ਅਦਾ ਕੀਤੀ ਜਾਣੀ ਹੈ। ਇਸ ਬਾਰੇ ਸਾਰੀ ਡਿਟੇਲ ਇਹਨਾਂ ਟੈਲੀਕਾਮ ਕੰਪਨੀਆਂ ਵੱਲੋਂ ਸਾਂਝੀ ਕੀਤੀ ਗਈ। ਕੈਨੇਡਾ ਦੀਆਂ 2 ਵੱਡੀਆਂ ਟੈਲੀਕਾਮ ਕੰਪਨੀਆਂ ਵੱਲੋਂ ਹੁਣ ਰੋਮਿੰਗ ਫੀਸ ਵਿੱਚ ਵਾਧਾ ਕੀਤਾ ਜਾਵੇਗਾ। ਇਹ ਕਦਮ ਉਹਨਾਂ ਵੱਲੋਂ ਅੰਤਰਰਾਸ਼ਟਰੀ ਰੋਮਿੰਗ ਫੀਸ ਸੰਬੰਧੀ ਚੁੱਕਿਆ ਜਾ ਰਿਹਾ ਹੈ। ਜੀ ਹਾਂ, ਕੈਨੇਡਾ ਦੀਆਂ ਇਹਨਾਂ 2 ਵੱਡੀਆਂ ਟੈਲੀਕਾਮ ਕੰਪਨੀਆਂ ਦੁਆਰਾ ਕੈਨੇਡਾ ਤੋਂ ਬਾਹਰ ਮੋਬਾਈਲ ਸੇਵਾ ਵਰਤਣ ਵਾਲੇ ਗ੍ਰਾਹਕਾਂ ਤੋਂ ਵਧੇਰੇ ਫੀਸ ਹਾਸਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
8 ਮਾਰਚ ਤੋਂ ਟੈਲਿਸ ਆਪਣੇ ਗ੍ਰਾਹਕਾਂ ਨੂੰ ਅਮਰੀਕਾ ਵਿੱਚ ਆਪਣਾ ਫੋਨ ਚਲਾਉਣ ਤੇ ਪ੍ਰਤੀ ਦਿਨ $14 ਚਾਰਜ ਕਰੇਗਾ ਤੇ ਬਾਅਦ ਕਿਸੇ ਵੀ ਹੋਰ ਦੇਸ਼ ਵਿੱਚ ਰੋਮਿੰਗ ਫੀਸ $16 ਪ੍ਰਤੀ ਦਿਨ ਹੋਵੇਗੀ। ਪਹਿਲਾਂ ਅਮਰੀਕਾ ਵਿੱਚ ਫੋਨ ਵਰਤਣ ਤੇ $12 ਪ੍ਰਤੀ ਦਿਨ ਅਤੇ ਬਾਕੀ ਸਾਰੇ ਦੇਸ਼ਾਂ ਵਾਸਤੇ ਅੰਤਰਰਾਸ਼ਟਰੀ ਰੋਮਿੰਗ $15 ਪ੍ਰਤੀ ਦਿਨ ਸੀ। ਟੈਲਿਸ ਦੀ ਮਲਕੀਅਤ ਵਾਲੀ ਬ੍ਰਾਂਡ ਨੇ ਵੀ ਫੀਸ ਵਿੱਚ ਵਾਧਾ ਹੋਣ ਦੀ ਗੱਲ ਕਹੀ ਹੈ। ਦੂਸਰੀ ਵੱਡੀ ਟੈਲੀਕਾਮ ਕੰਪਨੀ ਬੈਲ ਨੇ ਵੀ ਅਜਿਹਾ ਹੀ ਫੈਸਲਾ ਕੀਤਾ ਹੈ। ਅਮਰੀਕਾ ਵਿੱਚ ਰੋਮਿੰਗ ਰੇਟ $12 ਪ੍ਰਤੀ ਦਿਨ ਤੋਂ ਵਧਾ ਕੇ $13 ਕੀਤਾ ਜਾ ਰਿਹਾ ਹੈ ਤੇ ਬਾਕੀ ਦੇਸ਼ਾਂ ਵਾਸਤੇ ਅੰਤਰਰਾਸ਼ਟਰੀ ਰੋਮਿੰਗ $15 ਤੋਂ ਵਧਾ ਕੇ $16 ਪ੍ਰਤੀ ਦਿਨ ਕੀਤੀ ਜਾ ਰਹੀ ਹੈ। ਇਹ ਵਾਧਾ ਬੈਲ ਦੀ ਮਲਕੀਅਤ ਵਾਲੀ ਕੰਪਨੀ ਵਰਜਨ ਮੋਬਾਈਲ ਤੇ ਵੀ ਲਾਗੂ ਹੋਵੇਗਾ। ਰੋਜਰ ਟੈਲੀਕਾਮ ਵੱਲੋਂ ਫਿਲਹਾਲ ਅਜਿਹਾ ਕੋਈ ਵੀ ਸੰਕੇਤ ਨਹੀਂ ਦਿੱਤਾ ਗਿਆ ਕਿ ਉਹ ਰੋਮਿੰਗ ਫੀਸ ਵਿੱਚ ਵਾਧਾ ਕਰਨਗੇ। ਮੌਜੂਦਾ ਸਮੇਂ ਰੋਜਰਸ ਇਸ ਦੇ ਆਪਣੇ ਬ੍ਰਾਂਡ ਚੈਟਰ ਅਤੇ ਫਾਈਟਰੋ ਵੀ ਗ੍ਰਾਹਕਾਂ ਤੋਂ ਅਮਰੀਕਾ ਵਾਸਤੇ $12 ਪ੍ਰਤੀ ਦਿਨ ਰੋਮਿੰਗ ਫੀਸ ਅਤੇ ਬਾਕੀ ਦੇਸ਼ਾਂ ਵਾਸਤੇ $15 ਪ੍ਰਤੀ ਦਿਨ ਰੋਮਿੰਗ ਫੀਸ ਵਸੂਲਦੇ ਹਨ। ਟੈਲਿਸ ਨੇ ਕਿਹਾ ਹੈ ਕਿ ਉਹਨਾਂ ਨੂੰ ਜਵਾਬ ਦੇਣ ਵਾਸਤੇ ਅਜੇ ਹੋਰ ਸਮਾਂ ਚਾਹੀਦਾ ਹੈ। ਦੱਸ ਦਈਏ ਕਿ ਬੈਲ ਨੇ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਪਲਾਇਰਾਂ ਵੱਲੋਂ ਕੀਮਤਾਂ ਘਟਾਉਣ ਅਤੇ ਕਾਰੋਬਾਰ ਦੀਆਂ ਲਾਗਤਾਂ ਵਿੱਚ ਵਾਧਾ ਹੋਣ ਦੇ ਬਾਵਜੂਦ ਲੰਘੇ ਸਮੇਂ ਵਿੱਚ ਮੋਬਾਈਲ ਸੇਵਾਵਾਂ ਦੀਆਂ ਕੀਮਤਾਂ ਘਟੀਆਂ ਨੇ, ਪਰ ਬੈਲ ਨੇ ਇਸ ਗੱਲ ਦਾ ਕੋਈ ਵੀ ਵੇਰਵਾ ਨਹੀਂ ਦਿੱਤਾ। ਦੱਸ ਦਈਏ ਕਿ ਕਈ ਅੰਤਰਰਾਸ਼ਟਰੀ ਰਿਪੋਰਟਾਂ ਮੁਤਾਬਕ ਟੈਲੀਕਾਮ ਸੇਵਾਵਾਂ ਦੇ ਲਿਹਾਜ਼ ਨਾਲ ਕੈਨੇਡਾ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ਾਂ ਵਿੱਚੋਂ ਇੱਕ ਹੈ। ਕੈਨੇਡਾ ਦੇ ਟੈਲੀਕਾਮ ਪ੍ਰਦਾਤਾ ਆਪਣੇ ਨੈਟਵਰਕ ਨੂੰ ਵਧਾਉਣ, ਸਾਂਭ ਸੰਭਾਲ ਕਰਨ ਤੇ ਬਿਹਤਰ ਬਣਾਉਣ ਵਾਸਤੇ ਹਰ ਸਾਲ ਅਰਬਾਂ ਡਾਲਰ ਖਰਚ ਕਰਦੇ ਨੇ, ਜਿਨ੍ਹਾਂ ਖਰਚਾਂ ਵਿੱਚ ਦੇਸ਼ ਦੇ ਵਾਇਰਲੈਸ ਨੈਟਵਰਕਾਂ ਨੂੰ ਸਮੁੱਚੇ ਤੌਰ ਤੇ ਦੂਜੇ ਦੇਸ਼ਾਂ ਨਾਲੋਂ ਵਧੇਰੇ ਮਜ਼ਬੂਤ ਬਣਾਇਆ ਹੈ। ਗੂਗਲ ਦੇ CEO ਨੂੰ ਤਲਬ ਕੀਤਾ ਗਿਆ ਇੱਕ ਕਦਮ ਕਈ ਮੈਂਬਰ ਪਾਰਲੀਮੈਂਟਸ ਵੱਲੋਂ ਚੁੱਕਿਆ ਗਿਆ ਹੈ। ਦੱਸ ਦਈਏ ਕਿ ਮੌਜੂਦਾ ਸਮੇਂ ਕਈ ਕੈਨੇਡੀਅਨਸ ਨੂੰ ਗੂਗਲ ਤੇ ਖਬਰਾਂ ਪੜ੍ਹਨ ਦੇ ਵਿੱਚ ਦਿੱਕਤ ਆ ਰਹੀ ਹੈ, ਜਿਸ ਬਾਰੇ ਗੂਗਲ ਦਾ ਵੀ ਬਿਆਨ ਸਾਹਮਣੇ ਆਇਆ ਤੇ ਹੁਣ ਮੈਂਬਰ ਪਾਰਲੀਮੈਂਟਸ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਗੂਗਲ ਦੇ CEO ਨੂੰ ਤਲਬ ਕੀਤਾ ਜਾ ਰਿਹਾ ਹੈ। ਐਮਪੀਸ ਨੇ ਕੁਝ ਕੈਨੇਡੀਅਨਸ ਵਾਸਤੇ ਆਨਲਾਈਨ ਖਬਰਾਂ ਤੱਕ ਪਹੁੰਚ ਰੋਕਣ ਨੂੰ ਲੈ ਕੇ ਗੂਗਲ ਦੇ CEO ਨੂੰ ਤਲਬ ਕੀਤਾ ਹੈ। ਗੂਗਲ ਦੁਆਰਾ ਕੁਝ ਕੈਨੇਡੀਅਨਸ ਨੂੰ ਆਪਣੇ ਸਰਚ ਇੰਜਨ ਰਾਹੀਂ ਖਬਰਾਂ ਤੱਕ ਪਹੁੰਚ ਕਰਨ ਤੋਂ ਅਸਥਾਈ ਤੌਰ ਤੇ ਰੋਕਣ ਦੇ ਕਦਮ ਨੂੰ ਲੈ ਕੇ ਪਾਰਲੀਮੈਂਟਰੀ ਕਮੇਟੀ ਨੇ ਗੂਗਲ ਦੇ CEO ਅਤੇ ਹੋਰ ਉੱਚ ਅਧਿਕਾਰੀਆਂ ਨੂੰ ਆਟਵਾ ਵਿੱਚ ਤਲਬ ਕੀਤਾ। ਕੰਪਨੀ ਦੇ ਅਧਿਕਾਰੀਆਂ ਨੇ ਪਾਰਲੀਮੈਂਟ ਦੀ ਹੈਰੀਟੇਜ ਕਮੇਟੀ ਅੱਗੇ ਪੇਸ਼ ਹੋਣ ਦੀ ਸੰਭਾਵਨਾ ਹੈ। ਗੂਗਲ ਨੇ ਅਸਥਾਈ ਰੋਕ ਲਗਾਉਂਦਿਆਂ ਕਿਹਾ ਸੀ ਕਿ ਲਿਬਰਲ ਸਰਕਾਰ ਦੀ ਆਨਲਾਈਨ ਨਿਊਜ਼ ਐਕਟ ਦੇ ਜਵਾਬ ਵਿੱਚ ਟੈਸਟ ਦੇ ਤੌਰ ਤੇ ਉਕਤ ਕਦਮ ਚੁੱਕਿਆ ਗਿਆ। ਆਨਲਾਈਨ ਨਿਊਜ਼ ਐਕਟ, ਜਿਸ ਨੂੰ ਕਿ ਬਿੱਲ C-18 ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸ ਤਹਿਤ ਗੂਗਲ ਵਰਗੇ ਡਿਜੀਟਲ ਦਿੱਗਜਾਂ ਨੂੰ ਆਪਣੇ ਵੱਖ-ਵੱਖ ਪਲੇਟਫਾਰਮਸ ਤੇ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਜਾਂ ਫਿਰ ਲਿੰਕ ਕਰਨ ਤੇ ਕੈਨੇਡੀਅਨ ਮੀਡੀਆ ਕੰਪਨੀਆਂ ਨੂੰ ਮੁਆਵਜ਼ਾ ਦੇਣਾ ਜ਼ਰੂਰੀ ਹੋਵੇਗਾ। ਕਮੇਟੀ ਨੇ ਗੂਗਲ ਦੇ ਫੈਸਲੇ ਨਾਲ ਸੰਬੰਧਿਤ ਡਾਕੂਮੈਂਟਸ ਦੀ ਵੀ ਮੰਗ ਕੀਤੀ ਹੈ, ਜਿਸ ਨੇ ਪਿਛਲੇ ਮਹੀਨੇ ਕੈਨੇਡੀਅਨ ਪ੍ਰੈਸ ਨੇ ਪੁਸ਼ਟੀ ਕੀਤੀ ਅਤੇ ਉਹ ਆਪਣੇ ਸਰਚ ਇੰਜਨ ਤੇ ਖਬਰਾਂ ਦੀ ਪਹੁੰਚ ਨੂੰ ਕੈਨੇਡਾ ਵਿੱਚ ਆਪਣੇ 4% ਤੋਂ ਘੱਟ ਗ੍ਰਾਹਕਾਂ ਤੱਕ ਸੀਮਿਤ ਕਰ ਰਹੀ ਹੈ। ਕਮੇਟੀ ਵੱਲੋਂ ਜਾਰੀ ਸੰਮਨ CEO, ਗਲੋਬਲ ਮਾਮਲਿਆਂ ਦੇ ਪ੍ਰੈਜ਼ੀਡੈਂਟ, ਨਿਊਜ਼ ਦੇ ਵਾਈਸ ਪ੍ਰੈਜ਼ੀਡੈਂਟ ਤੇ ਗੂਗਲ ਕੈਨੇਡਾ ਦੇ ਮੈਨੇਜਰ ਤੇ ਲਾਗੂ ਹੁੰਦੇ ਨੇ। ਹਾਊਸ ਆਫ ਕਾਮਨਸ ਵਿੱਚ ਕੈਨੇਡਾ ਤੋਂ ਬਾਹਰ ਰਹਿੰਦੇ ਵਿਅਕਤੀਆਂ ਨੂੰ ਸੰਮਨ ਕਰਨ ਦਾ ਅਧਿਕਾਰ ਨਹੀਂ ਹੈ, ਪਰ ਕਮੇਟੀ ਵਿੱਚ ਮੌਜੂਦ ਪਾਰਲੀਮੈਂਟ ਦੇ ਮੈਂਬਰ ਇੱਕ ਵਾਰੀ ਕੋਸ਼ਿਸ਼ ਕਰਨਾ ਚਾਹੁੰਦੇ ਨੇ। ਜੇਕਰ ਇਹ ਚਾਰੇ ਵਿਅਕਤੀ ਪਾਰਲੀਮੈਂਟ ਵਿੱਚ ਪੇਸ਼ ਹੁੰਦੇ ਨੇ ਤਾਂ ਜੇਕਰ ਉਹ ਕਦੇ ਵੀ ਕੈਨੇਡਾ ਵਿੱਚ ਪੈਰ ਰੱਖਦੇ ਹਨ ਤਾਂ ਹਾਊਸ ਆਫ ਕਾਮਨਸ ਉਹਨਾਂ ਵਾਸਤੇ ਸੰਮਨ ਲਾਗੂ ਕਰ ਸਕਦਾ ਹੈ। ਲੌਂਗ ਟਰਮ ਕੇਅਰ ਬਾਰੇ ਐਲਾਨ ਕੀਤਾ ਗਿਆ। ਫੈਡਰਲ ਮੰਤਰੀ ਇਸ ਬਾਰੇ ਗੱਲ ਕਰ ਰਹੇ ਨੇ। ਨਿਊਜ਼ ਕਾਨਫਰੰਸ ਦੇ ਵਿੱਚ ਉਹਨਾਂ ਵੱਲੋਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਿਹੜੇ ਹੋਰ ਕਦਮ ਚੁੱਕੇ ਜਾ ਰਹੇ ਨੇ। ਲੌਂਗ ਟਰਮ ਕੇਅਰ ਦੇ ਬਾਰੇ ਫੈਡਰਲ ਮੰਤਰੀਆਂ ਵੱਲੋਂ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਲੌਂਗ ਟਰਮ ਕੇਅਰ ਬਾਰੇ ਨੈਸ਼ਨਲ ਸਟੈਂਡਰਡਸ ਦੱਸੇ ਨੇ। ਇਸ ਮੌਕੇ ਕਈ ਫੈਡਰਲ ਮਿਨਿਸਟਰ ਇਕੱਠੇ ਮੌਜੂਦ ਸਨ, ਜਿੱਥੇ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। And that's why the Government of Canada is committed to help meeting the needs of seniors, including helping to ensure they can access the safe, quality healthcare they need and deserve, regardless of where they live. A few weeks ago, the Health Standards Organisation and the Canadian Standards Association released new long-term care standards which provide guidance for delivering services that are safe, reliable, and most importantly, centered on residents' needs. They aim to foster competent, resilient, and healthy health workers, create safe physical environments, and promote a culture of quality improvement and learning across long-term care homes.
The development of these standards complements our collaborative work with provinces and territories, as Minister Kara said, to help support improvements in long-term care homes. While these standards are independent, our government provided nearly $850,000 in funding to the HSO and CSA to support enhanced engagement and consultations. Budget 2021 also provided $3 billion over 5 years to support provinces and territories in their efforts to improve long-term care in their jurisdictions. This is in addition to the $1 billion provided in the 2020 Fall Economic Statement for the creation of a safe long-term care fund to protect people living and working in long-term care. ਐਨਡੀਪੀ ਲੀਡਰ ਜਗਮੀਤ ਸਿੰਘ ਨੇ ਹੁਣ ਟਿਕਟੌਕ ਛੱਡ ਦਿੱਤਾ। ਉਹਨਾਂ ਨੇ ਆਪਣੇ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ। ਸਰਕਾਰ ਵੱਲੋਂ ਪਿਛਲੇ ਦਿਨੀ ਐਲਾਨ ਕੀਤਾ ਗਿਆ ਕਿ ਹੁਣ ਕੈਨੇਡਾ ਵਿੱਚ ਟਿਕਟੌਕ ਬੈਨ ਹੋ ਰਿਹਾ ਹੈ। 28 ਫਰਵਰੀ ਤੋਂ ਫੈਡਰਲ ਡਿਵਾਈਸਿਸ ਤੋਂ ਟਿਕਟੌਕ ਨੂੰ ਬੈਨ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਤੇ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਆਪਣੇ ਅਕਾਊਂਟ ਸਸਪੈਂਡ ਕਰ ਦਿੱਤੇ ਗਏ। ਜਗਮੀਤ ਸਿੰਘ ਵੱਲੋਂ ਖੁਦ ਦਾ ਟਿਕਟੌਕ ਅਕਾਊਂਟ ਬੰਦ ਕਰ ਦਿੱਤਾ ਗਿਆ। ਜਗਮੀਤ ਸਿੰਘ ਨੇ ਇਹ ਫੈਸਲਾ ਹਾਲ ਹੀ ਵਿੱਚ ਲਿਆ। ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ ਫੈਡਰਲ ਡਿਵਾਈਸਿਸ ਦੇ ਉੱਪਰ ਟਿਕਟੌਕ ਨੂੰ ਬੈਨ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਜਗਮੀਤ ਸਿੰਘ ਨੇ ਆਪਣਾ ਟਿਕਟੌਕ ਖਾਤਾ ਸਸਪੈਂਡ ਕਰ ਦਿੱਤਾ। ਜਾਣਕਾਰੀ ਮੁਤਾਬਕ ਕੈਨੇਡਾ ਸਰਕਾਰ ਵੱਲੋਂ ਸਰਕਾਰੀ ਤੌਰ ਤੇ ਦਿੱਤੇ ਗਏ ਮੋਬਾਈਲ ਫੋਨਾਂ ਉੱਪਰ ਟਿਕਟੌਕ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਐਨਡੀਪੀ ਲੀਡਰ ਨੇ ਵੀ ਵੱਡਾ ਕਦਮ ਚੁੱਕਿਆ ਤੇ ਆਪਣਾ ਖਾਤਾ ਡੀਐਕਟੀਵੇਟ ਕਰ ਦਿੱਤਾ। ਇਸ ਬਾਰੇ ਜਗਮੀਤ ਸਿੰਘ ਨੇ ਖੁਦ ਐਲਾਨ ਕੀਤਾ। ਜਗਮੀਤ ਸਿੰਘ ਨੇ ਕਿਹਾ ਹੈ ਕਿ ਉਹ ਵੀ ਆਪਣੇ ਟਿਕਟੌਕ ਖਾਤੇ ਨੂੰ ਸਿਕਿਉਰਿਟੀ ਸੰਬੰਧਿਤ ਸ਼ੰਕਾ ਕਰਕੇ ਸਸਪੈਂਡ ਕਰ ਰਹੇ ਨੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਏ ਵੀ ਆਪਣਾ ਖਾਤਾ ਸਸਪੈਂਡ ਕਰ ਚੁੱਕੇ ਨੇ। ਹੁਣ 28 ਫਰਵਰੀ ਤੋਂ ਹੀ ਕੈਨੇਡਾ ਦੇ ਵਿੱਚ ਫੈਡਰਲ ਡਿਵਾਈਸਿਸ ਤੋਂ ਟਿਕਟੌਕ ਨੂੰ ਬੈਨ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਇਸ ਬਾਰੇ ਬੋਲੇ ਸਨ ਤੇ ਉਹਨਾਂ ਵੱਲੋਂ ਸਿਕਿਉਰਿਟੀ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਆਖਿਰਕਾਰ ਉਹਨਾਂ ਵੱਲੋਂ ਕੈਨੇਡਾ ਦੇ ਵਿੱਚ ਟਿਕਟੌਕ ਨੂੰ ਬੈਨ ਕਰਨ ਦਾ ਕਦਮ ਕਿਉਂ ਚੁੱਕਿਆ ਗਿਆ। ਬਲੈਕ ਯੂਥ ਵਾਸਤੇ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ, ਜਿਸ ਬਾਰੇ ਫੰਡਿੰਗ ਜਾਰੀ ਕੀਤੀ ਗਈ। ਮੰਤਰੀਆਂ ਵੱਲੋਂ ਇਸ ਦੀ ਜਾਣਕਾਰੀ ਨਿਊਜ਼ ਕਾਨਫਰੰਸ ਦੇ ਵਿੱਚ ਦਿੱਤੀ ਗਈ ਹੈ। ਇਸ ਨਾਲ ਦੱਸਿਆ ਗਿਆ ਕਿ ਕਿਵੇਂ ਫਾਇਦਾ ਹੋਵੇਗਾ। ਬਲੈਕ ਯੂਥ ਵਾਸਤੇ ਹੈਲੀਫੈਕਸ ਦੇ ਵਿੱਚ ਪਬਲਿਕ ਸੇਫਟੀ ਮਿਨਿਸਟਰ ਵੱਲੋਂ ਵੱਡਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਫੈਡਰਲ ਇਨਵੈਸਟਮੈਂਟ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਨਾਲ ਕਿਸ ਤਰ੍ਹਾਂ ਫਾਇਦਾ ਹੋਵੇਗਾ, ਇਸ ਬਾਰੇ ਵੀ ਉਹ ਗੱਲ ਕਰਦੇ ਹੋਏ ਦਿਖਾਈ ਦਿੱਤੇ। ਕੀ ਕਹਿਣਾ ਹੈ ਮਾਰਕੋ ਮੈਡੀਚੀਨੋ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Communities like we see here in the Halifax Regional Municipality have shown resilience, innovation, and determination in the face of ongoing barriers, inequalities, and systemic anti-Black racism that tragically still exists in our country. And over the last number of years, the pandemic, to a certain extent, has exacerbated and exposed those divides and inequities here in Canada. Inequality, injustice, and unfair privilege are still issues that we have to grapple with today. And today's announcement is about making sure that we make progress on that front. We have to follow the lead that partners like 902 Man Up have offered us, the opportunities, Andy, as you said, that they have put on the table, and continue to work together to build a better and more inclusive future for Nova Scotians and for all Canadians, a future that is free from discrimination, from bias, and yes, racism and hate in all of its forms. I want to emphasize that this African Heritage Month and every Heritage Month, we remain committed to fighting all forms of anti-Black racism and to taking concrete action to protect the rights and well-being of Black Canadians. From our collaboration with the United Nations, to anti-racism strategies, to incorporating inclusivity and anti-discrimination in all that we do to keep our communities safe. The Government of Canada shares the conviction that we need to invest in our people, in our communities, to secure a brighter future for the next generations. That's exactly why, as part of the National Crime Prevention Strategy, the Crime Prevention Action Fund supports local, evidence-based crime prevention initiatives that help community members develop key life skills and to make those positive choices that allows them to give back. And so with that, I am very pleased and excited to announce up to $5.79 million
in federal funding for 902 men. ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਬਜਟ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਗਰਭ ਨਿਰੋਧਕ ਗੋਲੀਆਂ ਹੁਣ ਮੁਫਤ ਦੇ ਵਿੱਚ ਦਿੱਤੀਆਂ ਜਾਣਗੀਆਂ। ਇਹ ਐਲਾਨ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਗਰਭ ਨਿਰੋਧਕ ਗੋਲੀਆਂ ਮੁਫਤ ਵਿੱਚ ਦਿੱਤੀਆਂ ਜਾਣਗੀਆਂ ਤੇ ਪ੍ਰਿਸਕ੍ਰਿਪਸ਼ਨ ਬਾਰੇ ਵੀ ਉਹਨਾਂ ਵੱਲੋਂ ਦੱਸਿਆ ਗਿਆ। ਬ੍ਰਿਟਿਸ਼ ਕੋਲੰਬੀਆ ਸੂਬਾ ਕੈਨੇਡਾ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਜਿੱਥੇ ਮੁਫਤ ਗਰਭ ਨਿਰੋਧਕ ਗੋਲੀਆਂ ਦਿੱਤੀਆਂ ਜਾ ਰਹੀਆਂ ਨੇ। ਸੂਬੇ ਵੱਲੋਂ ਮੰਗਲਵਾਰ ਨੂੰ ਬਜਟ ਪੇਸ਼ ਕੀਤਾ ਗਿਆ ਜਿਸ ਮੁਤਾਬਕ ਬ੍ਰਿਟਿਸ਼ ਕੋਲੰਬੀਆ ਸਾਰੇ ਸੂਬਾ ਵਾਸੀਆਂ ਵਾਸਤੇ ਪ੍ਰਿਸਕ੍ਰਿਪਸ਼ਨ ਵਾਲੀਆਂ ਗਰਭ ਨਿਰੋਧਕ ਗੋਲੀਆਂ ਮੁਫਤ ਦੇਣ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਹੋਵੇਗਾ। ਅਗਲੇ 3 ਸਾਲਾਂ ਦੌਰਾਨ $119 ਮਿਲੀਅਨ ਦੀ ਫੰਡਿੰਗ ਡਾਕਟਰ ਵੱਲੋਂ ਲਿਖੀਆਂ ਗਰਭ ਨਿਰੋਧਕ ਗੋਲੀਆਂ ਨੂੰ ਮੁਫਤ ਕਰਨ ਦੀ ਆਗਿਆ ਦੇਵੇਗੀ। ਇਹਨਾਂ ਪ੍ਰਿਸਕ੍ਰਿਪਸ਼ਨ ਦਵਾਈਆਂ ਵਿੱਚ ਹਾਰਮੋਨ ਗੋਲੀਆਂ, ਗਰਭ ਨਿਰੋਧਕ ਟੀਕੇ ਅਤੇ ਹੋਰ ਵੀ ਕਈ ਗੋਲੀਆਂ ਸ਼ਾਮਲ ਹੋਣਗੀਆਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਤ ਮੰਤਰੀ ਵੱਲੋਂ ਕਿਹਾ ਗਿਆ ਕਿ ਪ੍ਰੋਵਿੰਸ ਵਾਸੀਆਂ ਨੂੰ ਉਹਨਾਂ ਦੇ ਜਨਮ ਦੇਣ ਸੰਬੰਧੀ ਅਧਿਕਾਰਾਂ ਤੇ ਨਿਰੰਤਰਣ ਰੱਖਣ ਵਿੱਚ ਮਦਦ ਕਰਨਾ ਉਹਨਾਂ ਦੀ ਸਰਕਾਰ ਦੀ ਤਰਜੀਹ ਸੀ। ਸੂਬੇ ਨੇ ਕਿਹਾ ਕਿ ਇੱਕ ਵਿਅਕਤੀ ਜੋ ਕਿ ਹਾਰਮੋਨਲ ਗੋਲੀਆਂ ਵਾਸਤੇ $25 ਪ੍ਰਤੀ ਮਹੀਨਾ ਅਦਾ ਕਰਦਾ ਹੈ, ਨਵੀਂ ਮੁਫਤ ਯੋਜਨਾ ਉਹਨਾਂ ਦੇ ਜੀਵਨ ਕਾਲ ਵਿੱਚ $10,000 ਤੱਕ ਦੀ ਬਚਤ ਕਰ ਸਕਦੀ ਹੈ। ਇਸ ਤੋਂ ਇਲਾਵਾ ਕਹਿੰਦੇ ਨੇ ਕਿ 2 ਧੀਆਂ ਤੇ 5 ਪੋਤੀਆਂ ਦੀ ਮਾਂ ਹੋਣ ਦੇ ਨਾਤੇ ਮੈਂ ਜਾਣਦੀ ਹਾਂ ਕਿ ਸਾਡੇ ਸੂਬੇ ਦੇ ਲੋਕਾਂ ਦੇ ਜੀਵਨ ਵਿੱਚ ਇਸ ਦਾ ਕੀ ਪ੍ਰਭਾਵ ਹੋਵੇਗਾ। ਇਹ ਸਿਹਤ ਲਈ ਇੱਕ ਜਿੱਤ ਹੈ ਅਤੇ ਸਾਡੇ ਸੂਬੇ ਵਿੱਚ ਲਿੰਗ ਸਮਾਨਤਾ ਵਾਸਤੇ ਇੱਕ ਜਿੱਤ ਹੈ। ਨਿੱਕੀ ਹਿਲ ਨੇ ਮੁਫਤ ਮਾਹਵਾਰੀ ਉਤਪਾਦਾਂ ਵਾਸਤੇ ਯੂਨਾਈਟਿਡ ਵੇ ਮੁਹਿੰਮ ਦੀ ਅਗਵਾਈ ਕਰਨ ਵਿੱਚ ਮਦਦ ਕੀਤੀ ਸੀ ਅਤੇ ਪਿਛਲੇ ਸਾਲ ਮਈ ਵਿੱਚ ਉਹਨਾਂ ਨੂੰ ਇਸ ਮੁੱਦੇ ਤੇ ਇੱਕ ਸਰਕਾਰੀ ਫੰਡ ਪ੍ਰਾਪਰ ਟਾਸਕ ਫੋਰਸ ਦੀ ਅਗਵਾਈ ਕਰਨ ਲਈ ਨਿਯੁਕਤ ਵੀ ਕੀਤਾ ਗਿਆ ਸੀ। ਦੱਸ ਦਈਏ ਕਿ ਮੁਫਤ ਗਰਭ ਨਿਰੋਧਕ ਲੈਣ ਵਾਸਤੇ MSP ਤਹਿਤ ਕਵਰ ਹੋਣ ਵਾਲੇ ਰੈਜ਼ੀਡੈਂਟਸ ਨੂੰ ਆਪਣੇ ਫੈਮਿਲੀ ਡਾਕਟਰ ਕੋਲੋਂ ਪ੍ਰਿਸਕ੍ਰਿਪਸ਼ਨ ਲੈਣਾ ਵੀ ਜ਼ਰੂਰੀ ਹੋਵੇਗਾ। ਫਿਰ ਉਹ ਡਾਕਟਰੀ ਪ੍ਰਿਸਕ੍ਰਿਪਸ਼ਨ ਨੂੰ ਸਿੱਧਾ ਫਾਰਮੇਸੀ ਅਤੇ ਇਸ ਵਿੱਚ ਲਿਜਾ ਕੇ ਆਪਣੇ MSP ਕਾਰਡ ਵਿਖਾ ਕੇ ਗੋਲੀਆਂ ਹਾਸਲ ਕਰ ਸਕਦੇ ਨੇ। ਹਾਲਾਂਕਿ ਮਈ ਮਹੀਨੇ ਤੋਂ ਰੈਜ਼ੀਡੈਂਟਸ ਫਾਰਮਾਸਿਸਟ ਕੋਲੋਂ ਵੀ ਪ੍ਰਿਸਕ੍ਰਿਪਸ਼ਨ ਲਿਖਵਾਈ ਜਾ ਸਕਦੀ ਹੈ ਕਿਉਂਕਿ ਲੰਘੇ ਫਾਲ ਸੀਜ਼ਨ ਸੂਬਾ ਸਰਕਾਰ ਨੇ ਫਾਰਮਾਸਿਸਟਾਂ ਨੂੰ ਵੀ ਕੁਝ ਦਵਾਈਆਂ ਦੀ ਪ੍ਰਿਸਕ੍ਰਿਪਸ਼ਨ ਲਿਖਣ ਦੇ ਸਮਰੱਥ ਕਰਨ ਦਾ ਐਲਾਨ ਕੀਤਾ ਸੀ। ਤੇ ਹੁਣ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇੱਕ ਖਾਸ ਜਾਣਕਾਰੀ ਸਾਹਮਣੇ ਜਿੱਥੇ ਬਜਟ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ। ਅਲਬਰਟਾ ਸਰਕਾਰ ਵੱਲੋਂ ਬਜਟ ਜਾਰੀ ਕੀਤਾ ਗਿਆ। ਇਸ ਸਰਕਾਰ ਨੇ ਆਪਣਾ ਆਖਰੀ ਬਜਟ ਪੇਸ਼ ਕੀਤਾ ਹੈ ਜਿਸ ਦੇ ਵਿੱਚ ਕਾਫੀ ਗੱਲਾਂ ਨੂੰ ਲੈ ਕੇ ਜ਼ਿਕਰ ਕੀਤਾ ਗਿਆ। ਅਲਬਰਟਾ ਦੇ ਇਸ ਬਜਟ ਦੇ ਵਿੱਚ ਕੀ ਕੁਝ ਖਾਸ ਰਿਹਾ, ਕਿਸ ਸੈਕਟਰ ਵਾਸਤੇ ਕਿੰਨੀ ਜੋ ਰਕਮ ਹੈ ਰੱਖੀ ਗਈ, ਤੁਹਾਨੂੰ ਇਸ ਖਬਰ ਵਿੱਚ ਦੇਵਾਂਗੇ ਸਾਰੀ ਡਿਟੇਲ। ਅਲਬਰਟਾ ਸਰਕਾਰ ਵੱਲੋਂ ਬਜਟ ਦਾ ਐਲਾਨ ਕੀਤਾ ਗਿਆ। ਯੂਨਾਈਟਿਡ ਕੰਜ਼ਰਵੇਟਿਵ ਸਰਕਾਰ ਵੱਲੋਂ ਅਲਬਰਟਾ ਦਾ ਇਹ ਆਖਰੀ ਬਜਟ ਐਲਾਨਿਆ ਗਿਆ ਹੈ। ਇਸ ਦੇ ਵਿੱਚ $2.4 ਬਿਲੀਅਨ ਸਰਪਲਸ ਦੀ ਜਾਣਕਾਰੀ ਸਾਹਮਣੇ ਆਈ ਜੋ ਕਿ ਹੈਲਥ ਕੇਅਰ, ਐਜੂਕੇਸ਼ਨ ਤੇ ਜਸਟਿਸ ਉੱਪਰ ਖਰਚ ਕੀਤੇ ਜਾਣਗੇ। ਕਿੰਡਰਗਾਰਟਨ ਟੂ ਗ੍ਰੇਡ 12 ਦੇ ਐਕਸਪੈਂਸਿਸ ਵਿੱਚ 5.2% ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੂਰਲ ਟੂਰਿਜ਼ਮ ਨੂੰ ਪ੍ਰਮੋਟ ਕਰਨ ਵਾਸਤੇ $10 ਮਿਲੀਅਨ ਅਗਲੇ 2 ਸਾਲਾਂ ਤੱਕ ਖਰਚ ਕੀਤੇ ਜਾਣ ਦੀ ਗੱਲ ਦੱਸੀ ਗਈ ਹੈ। ਅਲਬਰਟਾ ਸਰਕਾਰ ਵੱਲੋਂ ਇਸ ਬਾਰੇ ਹੋਰ ਕੀ ਕੁਝ ਦੱਸਿਆ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। Budget 23 secures Alberta's future by growing and diversifying the economy, strengthening healthcare and education, improving the safety of communities across the province, and establishing a new fiscal framework. This plan achieves the priorities of Albertans, which include ensuring the government lives within its means. Over the last 4 years, our relentless focus on investment attraction, job creation, and diversification has secured our position as the economic engine of Canada. Alberta's economy has momentum, and Budget 2023 continues that positive fiscal trajectory with another balanced budget and forecasted surplus of $2.4 billion in 23-24 and projected surpluses of $2 billion next year in the mid-year and $1.4 billion in 25-26. Budget 23 also continues our successful Alberta at Work initiative that's helping Albertans build their skills and fill thousands of new jobs as businesses grow and more corporations invest in our province. We're investing even more towards building capacity in our healthcare system to deliver better care for Albertans. We're strengthening our education system so that our children and grandchildren are prepared for their future. We're improving safety and security in our communities while responding to the needs of vulnerable populations. And we're saving for tomorrow and paying down provincial debt so that the services we rely on are secure for decades to come. Job growth in Alberta has been phenomenal this past year, and people from across Canada and around the world continue to move here in record numbers and take advantage of our job opportunities, high wages, low taxes, and affordable living.
National and global companies have expanded in Alberta, creating new jobs, diversifying our economy, and taking advantage of our extremely competitive corporate income tax rate. Budget 23 is securing Alberta's advantage. Building on the $600 million committed over 3 years to the Alberta at Work initiative, Budget 23 includes an additional $370 million to get more unemployed Albertans back to work. ਅਲਬਰਟਾ ਸਰਕਾਰ ਵੱਲੋਂ ਸਕੂਲਾਂ ਬਾਰੇ ਯੋਜਨਾ ਸਾਂਝੀ ਕੀਤੀ ਗਈ ਹੈ। ਅਲਬਰਟਾ ਸਰਕਾਰ ਨੇ ਪਿਛਲੇ ਦਿਨੀ ਬਜਟ ਪੇਸ਼ ਕੀਤਾ ਜਿਸ ਵਿੱਚ ਉਹਨਾਂ ਨੇ ਇਸ ਯੋਜਨਾ ਸੰਬੰਧੀ ਫੰਡਿੰਗ ਦੱਸੀ ਹੈ ਤੇ ਨਾਲ ਹੀ ਹੁਣ ਇਸ ਬਾਰੇ ਉਹ ਗੱਲ ਕਰਦੇ ਹੋਏ ਦਿਖਾਈ ਦਿੱਤੇ ਨੇ। ਸਕੂਲ ਪ੍ਰੋਜੈਕਟਸ ਦੇ ਬਾਰੇ ਅਲਬਰਟਾ ਦੇ ਮੰਤਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਜਿੱਥੇ ਉਹਨਾਂ ਨੇ ਇਸ ਬਾਰੇ ਨਿਊਜ਼ ਕਾਨਫਰੰਸ ਦੇ ਵਿੱਚ ਡਿਟੇਲ ਸਾਂਝੀ ਕੀਤੀ ਗਈ। ਦੱਸ ਦਈਏ ਕਿ ਹਾਲ ਹੀ ਦੇ ਵਿੱਚ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸਕੂਲ ਪ੍ਰੋਜੈਕਟਸ ਦਾ ਵੀ ਜ਼ਿਕਰ ਕੀਤਾ। ਕੀ ਕਹਿਣਾ ਹੈ ਅਲਬਰਟਾ ਦੇ ਮੰਤਰੀਆਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। The 14 projects approved for the school planning program and the 11 schools approved for pre-planning funding can also be found in the news release or online. We are securing young Albertans and their families' future by investing in new schools and modernized spaces so that students, families, and communities can benefit for decades to come. The province's annual capital planning process will continue, and we will proceed with recognizing the need for school projects across this great province of Alberta. Projects that are not approved for funding will be considered again when additional funding is available, if they are still a top priority for that particular school authority. By continuing to invest wisely and generously in our schools together, we will ensure students receive an enriching education that positively impacts their lives and prepares them for a successful future within the classroom and beyond. I'm so excited to bring out this list today, and thank you. You sort of got short notice on this, but I thank you for everything you did to make this happen, as well as all the other special guests. Thank you for joining us, as this is one of our newest schools, opened in September 2020 in the vibrant young community of Auburn Bay. St. Gianna was an Italian pediatrician who is the patron of mothers and physicians. So very fitting for this school to be named after someone with that biography, if you will. The school here, she is known for her love, faith and grace. ਕੈਨੇਡਾ ਅਮਰੀਕਾ ਸਰਹੱਦ ਦੇ ਉੱਪਰ ਇੱਕ ਵਿਅਕਤੀ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਹੈ ਜਿਸ ਬਾਰੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ। ਆਫੀਸਰਸ ਦਾ ਕਹਿਣਾ ਹੈ ਕਿ ਇਸ ਨੂੰ CPR ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਜਾਨ ਨਹੀਂ ਬਚ ਸਕੀ। ਕੈਨੇਡਾ US ਬਾਰਡਰ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਬਾਰੇ ਬਾਰਡਰ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 45 ਸਾਲ ਦੇ ਮੈਕਸੀਕਨ ਮੂਲ ਦੇ ਵਿਅਕਤੀ ਸਰਵੈਂਟਿਸ ਦੀ ਮੌਤ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਇਹ ਪਿਛਲੇ ਹਫ਼ਤੇ ਕੈਨੇਡਾ US ਸਰਹੱਦ ਨੂੰ ਗੈਰ ਤਰੀਕੇ ਦੇ ਨਾਲ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੱਸ ਦਈਏ ਕਿ ਕਰੀਬ 2 ਮਹੀਨੇ ਪਹਿਲਾਂ ਹੇਤੀ ਮੂਲ ਦਾ ਇੱਕ ਸ਼ਖਸ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੌਰਾਨ ਉਸ ਦੀ ਜਾਨ ਚਲੀ ਗਈ। ਰਾਇਲ ਕੈਨੇਡੀਅਨ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਅਧਿਕਾਰੀਆਂ ਨੇ ਇਸ ਸਰਦੀਆਂ ਦੌਰਾਨ ਇਲਾਕੇ ਵਿੱਚ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਦਾ ਇਰਾਦਾ ਰੱਖਣ ਵਾਲੇ ਲੋਕਾਂ ਵਾਸਤੇ ਕੋਈ ਇਨਵੈਸਟੀਗੇਸ਼ਨ ਅਤੇ ਬਚਾਅ ਕਾਰਜ ਚਲਾਏ ਹਨ। ਨਿਊਜ਼ ਰਿਲੀਜ਼ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਬਾਰਡਰ ਅਧਿਕਾਰੀਆਂ ਨੇ 19 ਫਰਵਰੀ ਦੀ ਰਾਤ 10:30 ਦੇ ਕਰੀਬ ਗੁਡੈਲ ਰੋਡ ਤੇ 3 ਜਾਣਿਆਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਦੇਖਿਆ। ਪੁਲਿਸ ਨੇ ਕਿਹਾ ਕਿ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ। ਇਸ ਹਾਦਸੇ ਵਿੱਚ ਜਿਸ ਵਿਅਕਤੀ ਦੀ ਜਾਨ ਗਈ ਹੈ ਉਸ ਦਾ 21 ਫਰਵਰੀ ਦੌਰਾਨ ਚੀਫ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਵਿੱਚ ਪੋਸਟਮਾਰਟਮ ਕੀਤਾ ਗਿਆ। ਰਿਪੋਰਟ ਵਿੱਚ ਫਿਲਹਾਲ ਮੌਤ ਦੇ ਕਾਰਨਾਂ ਨੂੰ ਅਜੇ ਨਹੀਂ ਦੱਸਿਆ ਗਿਆ। ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਪਰ ਰਿਪੋਰਟ ਮੁਤਾਬਕ ਤਸ਼ੱਦਦ ਜਾਂ ਫਿਰ ਸਦਮੇ ਦੇ ਕੋਈ ਵੀ ਲੱਛਣ ਨਹੀਂ ਪਾਏ ਗਏ। ਬਾਰਡਰ ਅਧਿਕਾਰੀਆਂ ਦੇ ਦੱਸਣ ਮੁਤਾਬਕ ਏਜੰਟਸ ਵੱਲੋਂ ਇਸ ਵਿਅਕਤੀ ਨੂੰ ਤੁਰੰਤ CPR ਮੁਹੱਈਆ ਕਰਵਾਇਆ ਗਿਆ ਸੀ ਪਰ ਉਸ ਦੀ ਜਾਨ ਨਹੀਂ ਬਚ ਸਕੀ। ਇਸ ਵਿਅਕਤੀ ਨੂੰ ਨਾਰਥ ਕੰਟਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਫਿਲਹਾਲ ਇਸ ਸੰਬੰਧੀ ਵਧੇਰੇ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟੀਆਰ ਨੂੰ ਮਿਲੀ ਰਾਹਤ ਕੀਤੀ ਕੈਨੇਡਾ ਨੇ ਖਤਮ ਬਾਇਓਮੈਟ੍ਰਿਕਸ ਦੀ ਛੋਟ ਖਤਮ ਕਰਨ ਦਾ ਕੀਤਾ ਐਲਾਨ। ਐਕਸਪ੍ਰੈਸ ਐਂਟਰੀ ਦੇ ਡਰਾ ਦਾ ਐਲਾਨ 600 ਤੋਂ ਵੱਧ ਸੱਦੇ ਜਾਰੀ। ਅੰਤਰਰਾਸ਼ਟਰੀ ਰੋਮਿੰਗ ਫੀਸ ਵਿੱਚ ਵਾਧਾ ਟੈਲੀਕਾਮ ਕੰਪਨੀਆਂ ਨੇ ਕੀਤਾ ਇਸ ਦਾ ਐਲਾਨ। ਗੂਗਲ ਦਾ CEO ਕੀਤਾ ਤਲਬ, ਕੈਨੇਡਾ ਦੇ ਮੈਂਬਰ ਪਾਰਲੀਮੈਂਟ ਚੁੱਕ ਰਹੇ ਨੇ ਕਦਮ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।